ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰ। ਜੁਗੋ ਜੁਗ ਅਟਲ ਚਾਵਰ ਛਤਰ ਤਖ਼ਤ ਦੇ ਮਾਲਕ, ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ। ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਵਿੱਤਰ ਨਗੀ ਗੋਦ ਅੰਦਰ ਜੁੜ ਬੈਠੇ ਸਤਸੰਗੀ ਜਨੋ, ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਗੁਰਦੇਵ ਪਾਤਸ਼ਾਹ ਨੇ ਇਹ ਪਾਵਨ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਨਾਨਕ ਸਾਹਿਬ ਸੰਮਤ ਅਨੁਸਾਰ ਨਵੇਂ ਸਾਲ ਦੀ ਆਰੰਭਤਾ ਔਰ ਚੇਤਰ ਦੇ ਮਹੀਨੇ ਦੀ ਆਰੰਭਤਾ ਹੈ। ਮਨੋਬਿਰਤੀਆਂ ਨੂੰ ਇਕਾਗਰ ਕਰੋ। ਗੁਰ ਸ਼ਬਦ ਦੀ ਵਿਚਾਰ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਦੇ ਵਿੱਚ ਬੜੇ ਅਦਬ ਪਿਆਰ ਨਾਲ ਸੀਸ ਝੁਕਾਉਂਦਿਆਂ ਫਤਿਹ ਨਾਲ ਸਾਂਝ ਪਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਨਕ ਸ਼ਾਹੀ ਸੰਮਤ ਅਨੁਸਾਰ ਨਵੇਂ ਸਾਲ ਦੀ ਆਰੰਭਤਾ ਹੈ। ਨਵੇਂ ਸਾਲ ਤੋਂ ਭਾਵ ਹੈ ਸਾਲ ਦਾ ਪਹਿਲਾ ਦਿਨ। ਸਾਲ ਤੋਂ ਪਹਿਲਾਂ ਯੁਗਾਂ ਦਾ ਪਹਿਲਾ ਦਿਨ ਔਰ ਯੁਗਾਂ ਤੋਂ ਪਹਿਲਾਂ ਸ੍ਰਿਸ਼ਟੀ ਦਾ ਪਹਿਲਾ ਦਿਨ। ਕਿਉਂਕਿ ਸਾਲ ਦਾ ਪਹਿਲਾ ਦਿਨ ਤਾਂ ਮਨਾਉਂਦੇ ਹਾਂ ਕਿਉਂਕਿ ਇੱਥੋਂ ਤੇ ਹੀ ਸੰਸਾਰ ਦੀ ਸ੍ਰਿਸ਼ਟੀ ਦੀ ਆਰੰਭਤਾ ਹੋਈ। ਇਸੇ ਕਰਕੇ ਹਰ ਇੱਕ ਮੱਤ ਦੇ ਵਿੱਚ ਲੋਕਾਂ ਨੇ ਵੱਖਰੇ ਵੱਖਰੇ ਤਰੀਕਾਂ ਨੂੰ ਨਿਸ਼ਚਿਤ ਕਰਕੇ ਸਾਲ ਜਿਹੜਾ ਹੈ ਉਹ ਨਿਰਧਾਰਿਤ ਕੀਤਾ ਹੈ। ਪਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੂੰ ਪੁੱਛਦੇ ਹਾਂ ਕਿ ਗੁਰਦੇਵ ਪਾਤਸ਼ਾਹ ਸਾਲ ਦੀ ਆਰੰਭਤਾ ਜਾਂ ਸ੍ਰਿਸ਼ਟੀ ਦੀ ਆਰੰਭਤਾ ਕਦੋਂ ਹੋਈ, ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਅੰਦਰ ਰਹਿਮਤ ਕਰਦੇ ਨੇ। ਮਹਾਰਾਜ ਦੇ ਬਚਨ ਕਿ ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੋ ਰੁਤੀ ਮਾਹ ਕਵਣ ਜਿਤ ਹੋਆ ਆਕਾਰ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਕਵਣ ਸੋ ਵੇਲਾ, ਕਿਹੜਾ ਉਹ ਵੇਲਾ ਸੀ, ਕਿਹੜਾ ਸਮਾਂ ਸੀ। ਕਿ ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਿਹੜੀ ਥਿਤ ਸੀ, ਕਿਹੜਾ ਵਾਰ ਸੀ। ਕੌਣ ਸੋ ਰੁਤੀ ਮਾਹ ਕਵਣ, ਕਿਹੜਾ ਮਹੀਨਾ ਸੀ। ਜਿਤ ਹੋਆ ਆਕਾਰ, ਜਿਸ ਵੇਲੇ ਇਹ ਸੰਸਾਰ ਦਾ ਆਕਾਰ ਬਣਿਆ, ਸੰਸਾਰ ਸ੍ਰਿਸ਼ਟੀ ਹੋਂਦ ਦੇ ਵਿੱਚ ਆਈ। ਮਹਾਰਾਜ ਆਖਦੇ ਨੇ ਕਿ ਵੇਰਲਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ। ਜੇ ਪੰਡਤਾਂ ਨੂੰ ਪਤਾ ਹੁੰਦਾ ਉਹਨਾਂ ਨੇ ਪੁਰਾਣ ਲਿਖ ਦੇਣਾ ਸੀ ਸ੍ਰਿਸ਼ਟੀ ਦੀ ਆਰੰਭਤਾ ਦੇ ਉੱਪਰ। ਤੇ ਵਕਤ ਨਾ ਪਾਇਓ ਕਾਦੀਆਂ, ਜੇ ਕਾਜ਼ੀਆਂ ਨੂੰ ਪਤਾ ਹੁੰਦਾ ਤੇ ਲਿਖਣ ਲੇਖ ਕੁਰਾਨ। ਕੁਰਾਨ ਸ਼ਰੀਫ ਦੇ ਵਿੱਚ ਇੱਕ ਆਇਤ, ਇੱਕ ਪੰਕਤੀ ਇਸ ਦੇ ਪਰਥਾਏ ਲਿਖ ਦਿੰਦੇ। ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ। ਮਹਾਰਾਜ ਆਖਦੇ ਨੇ ਕਿ ਕਵਣ ਸੋ ਵੇਲਾ ਵਕਤ ਕਵਣ, ਕਵਣ ਥਿਤ ਕਵਣ ਵਾਰ, ਕਵਣ ਸੋ ਰੁਤੀ ਮਾਹ ਕਵਣ ਜਿਤ ਹੋਆ ਆਕਾਰ। ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਕੁਰਾਨ। ਥਿਤ ਵਾਰ ਨਾ ਜੋਗੀ ਜਾਣੈ, ਕਿਹੜੀ ਥਿਤ ਸੀ, ਕਿਹੜਾ ਵਾਰ ਸੀ, ਕਿਹੜਾ ਮਹੀਨਾ ਸੀ। ਮਹਾਰਾਜ ਆਖਦੇ ਨੇ ਜੋਗੀ ਵੀ ਨਹੀਂ ਜਾਣਦੇ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਹ ਨਾ ਕੋਈ, ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ। ਜਿਸ ਮਾਲਕ ਨੇ ਇਹ ਸ੍ਰਿਸ਼ਟੀ ਸਾਜੀ, ਭਾਵ ਕਿ ਇਹ ਸ੍ਰਿਸ਼ਟੀ ਸਜਾਈ ਹੈ, ਉਹ ਆਪੇ ਜਾਣਦਾ ਹੈ। ਪਰ ਸਾਲ ਜਦੋਂ ਨਿਸ਼ਚਿਤ ਕੀਤਾ ਗਿਆ, ਜੋ ਈਸਵੀ ਸੰਮਤ ਮੰਨਿਆ ਜਾਂਦਾ ਹੈ, ਈਸਵੀ ਸੰਮਤ ਈਸਾ ਜੀ ਦੇ ਜਨਮ ਦੇ ਨਾਲ ਹੀ ਉਹਨਾਂ ਦੀ ਜੋ ਉਮਤ ਹੈ, ਉਹਨਾਂ ਨੂੰ ਮੰਨਣ ਵਾਲੇ ਨੇ, ਉਹਨਾਂ ਨੇ ਜਨਮ ਤੋਂ ਹੀ ਈਸਵੀ ਸੰਮਤ ਸ਼ੁਰੂ ਕਰ ਲਿਆ। ਜਦੋਂ ਵਿਕਰਮੀ ਸੰਮਤ ਦੀ ਗੱਲ ਕਰਦੇ ਹਾਂ ਤੇ ਵਿਕਰਮੀ ਸੰਮਤ ਰਾਜਾ ਵਿਕਰਮਾਦਿੱਤਿਆ ਜਿਹੜਾ ਹੈ ਉਹਦੇ ਜਨਮ ਤੋਂ ਹੈ। ਇਸਲਾਮ ਨੂੰ ਮੰਨਣ ਵਾਲੇ ਜਿਹੜੇ ਨੇ ਉਹ 1 ਜਨਵਰੀ ਨੂੰ ਨਵੇਂ ਸਾਲ ਨੂੰ ਨਹੀਂ ਮੰਨਦੇ, ਉਹ ਮੁਹੰਮਦ ਸਾਹਿਬ ਦੇ ਜਨਮ ਤੋਂ ਮੰਨਦੇ ਨੇ। ਇਸੇ ਤਰ੍ਹਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਜੋ ਉਮਤ ਹੈ, ਮੰਨਣ ਵਾਲੇ ਨੇ,
ਹਰ ਸੰਸਾਰ ਦੇ ਵਿੱਚ ਵਸਣ ਵਾਲੇ ਜੋ ਵਸਿੰਦੇ ਨੇ ਆਪਣੇ ਗੁਰੂ ਪੀਰਾਂ ਪੈਗੰਬਰਾਂ ਜਾਂ ਰਾਜਿਆਂ ਦੇ ਨਾਮ ਤੋਂ, ਉਹਨਾਂ ਦੇ ਜਨਮ ਦਿਨ ਤੋਂ ਉਹਨਾਂ ਨੇ ਜਿਹੜੀ ਹੈ ਉਹ ਸੰਮਤ ਦੀ ਆਰੰਭਤਾ ਕੀਤੀ ਹੈ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦਾ ਇਤਿਹਾਸ ਪੜ੍ਹਦੇ ਹਨ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਵੀ ਸੰਮਤ ਜਿਹੜਾ ਹੈ ਉਹ ਸ਼ੁਰੂ ਕੀਤਾ ਸੀ। ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਔਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਨਾਮ ਦਾ ਸਿੱਕਾ ਜਿਹੜਾ ਹੈ ਉਹ ਵੀ ਪ੍ਰਚਲਿਤ ਕੀਤਾ। ਪਰ ਜੋ ਮੰਨਣ ਵਾਲੀ ਖਲਕਤ ਹੈ ਆਪਣੇ ਗੁਰੂ, ਆਪਣੇ ਪੀਰਾਂ, ਆਪਣੇ ਪੈਗੰਬਰਾਂ ਦੇ ਜਨਮ ਤੋਂ ਹੀ ਉਹ ਸੰਮਤ ਜਿਹੜਾ ਹੈ ਉਹ ਨਿਰਧਾਰਿਤ ਕਰ ਲੈਂਦੇ ਨੇ। ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਤਰਸ ਕੀਤਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ 12 ਮਾਹ ਨੇ, ਇੱਕ ਤੁਖਾਰੀ ਰਾਗ ਦੇ ਅੰਦਰ, ਇੱਕ ਮਾਝ ਰਾਗ ਦੇ ਅੰਦਰ। ਤੁਖਾਰੀ ਰਾਗ ਅੰਦਰ ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਉਚਾਰਨ ਕੀਤਾ ਹੋਇਆ 12 ਮਾਹ ਹੈ ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਚੇਤਰ ਤੋਂ ਹੀ ਨਵੇਂ ਸਾਲ ਦੀ ਆਰੰਭਤਾ ਜਿਹੜੀ ਹੈ ਉਹ ਨਿਸ਼ਚਿਤ ਕੀਤੀ ਹੈ। ਪਹਿਲਾ ਮਹੀਨਾ ਚੇਤਰ ਦਾ ਹੈ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਤੇ ਗੁਰਦੇਵ ਪਾਤਸ਼ਾਹ ਨੇ ਮਾਝ ਰਾਗ ਦੇ ਅੰਦਰ 12 ਮਾਹ ਉਚਾਰਨ ਕੀਤਾ ਤੇ ਸਤਿਗੁਰੂ ਪਾਤਸ਼ਾਹ ਨੇ ਵੀ ਚੇਤਰ ਤੋਂ ਵੀ ਨਵੇਂ ਸਾਲ ਦੀ, ਜਿਹਨੂੰ ਅਸੀਂ ਦੇਸੀ ਮਹੀਨੇ ਕਹਿੰਦੇ ਹਾਂ, ਇਹ ਨਵੇਂ ਸਾਲ ਦੀ ਆਰੰਭਤਾ ਚੇਤਰ ਤੋਂ ਹੈ। 12 ਮਹੀਨੇ ਨੇ। ਪਰ ਗੁਰਦੇਵ ਪਾਤਸ਼ਾਹ ਨੇ 2 ਸ਼ਬਦ, ਇੱਕ ਪਹਿਲਾ ਅਰਦਾਸ ਦਾ, ਇੱਕ ਮੁਕੰਮਲਤਾ ਦਾ, 2 ਸ਼ਬਦ ਲਾ ਕੇ 14 ਸ਼ਬਦ 12 ਮਾਹ ਦੇ ਅੰਦਰ ਅੰਕਿਤ ਕੀਤੇ ਨੇ। ਪਹਿਲਾ ਸ਼ਬਦ ਅਰਦਾਸ ਦਾ ਹੈ। ਪਰ ਸਤਿਗੁਰੂ ਮਹਾਰਾਜ ਨੇ ਰਹਿਮਤ ਕੀਤੀ। ਪਾਤਸ਼ਾਹ ਆਖਦੇ ਨੇ ਕਿ ਜੋ ਉਹਨਾਂ ਨੂੰ ਮੰਨਣ ਵਾਲੀ ਖਲਕਤ ਹੈ ਉਹ ਆਪਣੇ ਗੁਰੂ ਪੀਰਾਂ ਪੈਗੰਬਰਾਂ ਦੇ ਜਨਮ ਤੋਂ ਹੀ ਉਹਨਾਂ ਦਾ ਸੰਮਤ ਜਿਹੜਾ ਹੈ ਉਹ ਨਿਰਧਾਰਿਤ ਕਰਕੇ ਨਵੇਂ ਸਾਲ ਦੀ ਆਰੰਭਤਾ ਕਰਦੇ ਨੇ। ਪੁਰਾਣੇ ਸਮੇਂ ਅੰਦਰ ਜਦੋਂ ਟਾਈਮ ਦਾ ਨਹੀਂ ਸੀ ਪਤਾ ਲੱਗਦਾ ਤੇ ਪੁਰਾਣੇ ਬਜ਼ੁਰਗ ਸੂਰਜ ਦੀ ਦਿਸ਼ਾ ਦੇ ਨਾਲ, ਜਦੋਂ ਸੂਰਜ ਚੜ੍ਹਦਾ ਸੀ, ਦਰਖਤਾਂ ਦੀ ਛਾਂ ਨੂੰ ਦੇਖ ਕੇ ਉਹ ਅੰਦਾਜ਼ਾ ਲਗਾ ਲੈਂਦੇ ਸਨ ਭਈ ਇਹ ਵੇਲਾ ਹੋ ਗਿਆ ਹੈ। ਤੁਸੀਂ ਦੇਖਿਆ ਹੋਣਾ ਕਈ ਵਾਰੀ ਬਜ਼ੁਰਗ ਜਿਹੜੇ ਨੇ ਉਹ ਛਾਂ ਦੇ ਕੇ ਦੱਸ ਦਿੰਦੇ ਸਨ ਭਈ ਹੁਣ ਕੀ ਟਾਈਮ ਹੈ। ਉਹ ਤਕਰੀਬਨ ਟਾਈਮ ਉਤਨਾ ਮਿਲਦਾ ਜੁਲਦਾ ਸੀ। ਪਰ ਕਈ ਵਾਰ ਜਦੋਂ ਝੜ ਜਾਂ ਬੱਦਲ ਹੁੰਦੇ ਸਨ, ਫਿਰ ਸੂਰਜ ਦਾ ਪ੍ਰਕਾਸ਼ ਨਹੀਂ ਸੀ ਹੁੰਦਾ, ਫਿਰ ਲੋਕਾਂ ਨੇ ਸੂਰਜ ਦੇ ਨਾਲ ਨਾਲ ਪਾਈ ਜਿਹੜੀ ਹੈ ਉਹ ਵਰਤੀ। ਪਾਈ ਤੋਂ ਭਾਵ ਹੈ ਇੱਕ ਵੱਡਾ ਬਰਤਨ ਜਿਸ ਦੇ ਵਿੱਚ ਪਾਣੀ ਭਰ ਲੈਣਾ ਤੇ ਇੱਕ ਛੋਟੀ ਜੀ ਪਾਈ, ਜਿਸ ਨੂੰ ਮੈਂ ਸੌਖੇ ਸ਼ਬਦਾਂ ਦੇ ਵਿੱਚ ਕਹਿ ਦੇਵਾਂ ਕੋਲੀ ਜਿਹੜੀ ਹੈ, ਉਹਦੇ ਅੰਦਰ ਸੁਰਾਖ ਕਰ ਲੈਣਾ ਤੇ ਸੁਰਾਖ ਕਰਕੇ ਉਸ ਪਾਈ ਨੂੰ ਪਾਣੀ ਦੇ ਬਰਤਨ ਦੇ ਵਿੱਚ ਰੱਖ ਦੇਣਾ। ਉਸ ਸੁਰਾਖ ਦੇ ਵਿੱਚੋਂ ਪਾਣੀ ਜਦੋਂ ਅੰਦਰ ਜਾਂਦਾ ਸੀ, ਜਿਤਨਾ ਸਮਾਂ ਲੱਗਦਾ ਸੀ, ਉਸ ਨੂੰ ਸਾਰਾ ਦਿਨ ਜਿਹੜਾ ਹੈ ਉਹ ਨਿਰਧਾਰਿਤ ਕਰਦੇ ਸਨ ਭਈ ਸਾਰੇ ਦਿਨ ਦੇ ਵਿੱਚ ਕਿਤਨੀ ਵਾਰ ਪਾਈ ਜਾਂ ਕੋਲੀ ਜਿਹੜੀ ਹੈ ਉਹ ਭਰੀ ਗਈ। ਉਸ ਦੇ ਨਾਲ ਸਮੇਂ ਦੀ ਇਕਾਈ ਨੂੰ ਨਿਰਧਾਰਿਤ ਕੀਤਾ ਗਿਆ। ਆਸਾ ਕੀ ਵਾਰ ਦੇ ਅੰਦਰ ਗੁਰੂ ਪਾਤਸ਼ਾਹ ਨੇ ਇਹ ਬਚਨ ਵੀ ਉਚਾਰਨ ਕੀਤੇ ਨੇ ਕਿ ਕੋ ਰਹਿ ਨਾ ਭਰੀਐ ਪਾਈਐ। ਉੱਥੇ ਪਾਈ ਦੀ ਗੱਲ ਹੈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਤੋਂ ਅੱਗੇ ਜਾ ਕੇ ਮਹਾਰਾਜ ਨੇ 16 ਸਾਹਿਬ ਦੀ ਬਾਣੀ ਦੇ ਅੰਦਰ ਵੀ ਸਮੇਂ ਦੀ ਇਕਾਈ ਦਾ ਜਿਹੜਾ ਹੈ ਉਹ ਸਮਾਂ ਨਿਰਧਾਰਿਤ ਕੀਤਾ ਹੈ। ਜੋ ਅਸੀਂ ਪੜ੍ਹਦੇ ਹਾਂ ਕਿ ਵਿਸਵੇ ਚਸਿਆਂ ਘੜੀਆਂ ਪਹਿਰਾਂ ਥਿਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ। ਮਹਾਰਾਜ ਨੇ ਇਹ ਸਾਰੀਆਂ, ਭਾਵੇਂ ਉਹ ਘੜੀਆਂ ਨੇ, ਭਾਵੇਂ ਥਿੱਤਾਂ ਨੇ, ਭਾਵੇਂ ਵਾਰ ਨੇ, ਚਸਵੇ ਨੇ, ਵਿਸਵੇ ਨੇ, ਇਹ ਸਾਰੇ ਸਮੇਂ ਦੀਆਂ ਇਕਾਈਆਂ ਨੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਅੰਦਰ ਗੁਰਦੇਵ ਪਾਤਸ਼ਾਹ ਨੇ ਦਿਨ ਰੈਣ ਬਾਣੀ ਉਚਾਰਨ ਕੀਤੀ, 7 ਵਾਰ ਬਾਣੀ ਉਚਾਰਨ ਕੀਤੀ। 7 ਵਾਰ ਬਾਣੀ ਵੀ 2 ਵਾਰ ਆਈ ਹੈ। ਇੱਕ ਵਾਰ ਕਬੀਰ ਸਾਹਿਬ ਜੀ ਦੇ ਪਾਵਨ ਬਾਣੀ ਦੇ ਵਿੱਚੋਂ, ਇੱਕ ਵਾਰੀ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਦੇ ਵਿੱਚੋਂ। ਇਹ ਸਾਰੀਆਂ ਸਮੇਂ ਦੀਆਂ ਇਕਾਈਆਂ ਨੇ। ਸੋ ਖੈਰ ਸਾਧ ਸੰਗਤ, ਸਾਲ ਤਬਦੀਲ ਹੋਇਆ ਹੈ ਔਰ ਸਾਲ ਦੀ ਤਬਦੀਲਤਾ ਹੋਣ ਦੇ ਉੱਪਰ ਮਨੁੱਖ ਨਵੀਨਤਾ ਚਾਹੁੰਦਾ ਹੈ ਕਿ ਹਰ ਚੀਜ਼ ਨਵੀਨ ਮਿਲੇ। ਸਾਲ ਦੇ ਬਦਲਣ ਦੇ ਨਾਲ ਮਨੁੱਖ ਆਪਣੇ ਤਨ ਦੀ ਪੁਸ਼ਾਕ ਚੇਂਜ ਕਰ ਦਿੰਦਾ ਹੈ ਕਿਉਂਕਿ ਨਵੀਨਤਾ ਚਾਹੁੰਦਾ ਹੈ।
ਆਪਣੀ ਸਮਰੱਥਾ ਦੇ ਮੁਤਾਬਕ ਲੋਕ ਆਪਣੇ ਘਰ ਦਾ ਸਮਾਨ ਬਦਲ ਦਿੰਦੇ ਨੇ, ਕਿਉਂਕਿ ਸਾਲ ਨਵਾਂ ਆਇਆ ਹੈ, ਚੀਜ਼ਾਂ ਵੀ ਨਵੀਆਂ ਆਉਣੀਆਂ ਚਾਹੀਦੀਆਂ ਨੇ। ਇੱਥੋਂ ਤੱਕ ਕਿ ਘਰ ਚੇਂਜ ਕਰ ਦਿੰਦੇ ਨੇ, ਨਵੀਂ ਗੱਡੀ ਲੈ ਲੈਂਦੇ ਨੇ, ਕਿਉਂਕਿ ਨਵੀਨਤਾ ਚਾਹੁੰਦੇ ਨੇ। ਸਤਿਗੁਰੂ ਮਹਾਰਾਜ ਆਖਦੇ ਨੇ ਬਾਹਰ ਮੁਖੀ ਤੇ ਅਸੀਂ ਬੜੀ ਨਵੀਨਤਾ ਲੈ ਕੇ ਆਏ ਹਾਂ, ਪਰ ਅੰਦਰ ਵੀ ਨਵੀਨਤਾ ਆਈ ਕਿ ਨਹੀਂ। ਜਿੱਥੇ 4 ਸਾਲ ਪਹਿਲੇ ਖੜੇ ਸੀ, ਕਿਧਰੇ ਇਹ ਨਾ ਹੋਏ ਸਾਲ ਤੇ ਬਦਲਿਆ ਪਰ ਅਸੀਂ ਉੱਥੇ ਹੀ ਖੜੇ ਹਾਂ। ਜੋ ਪਹਿਲੇ ਕਰਮ ਕਰਦੇ ਸਾਂ ਉਹਨਾਂ ਤੋਂ ਚੰਗੇ ਕਰਮਾਂ ਦੇ ਵਿੱਚ ਜੀਵਨ ਤਬਦੀਲ ਹੋਇਆ ਕਿ ਨਹੀਂ ਹੋਇਆ। ਮੈਂ ਕਈ ਵਾਰੀ ਇਹ ਬੇਨਤੀ ਕਰਦਾ ਹਾਂ, ਇੱਕ ਦੁਕਾਨਦਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਰੁਜ਼ਗਾਰ ਕਰਦਾ ਹੈ ਨਾ, ਤੇ ਸ਼ਾਮ ਨੂੰ ਦੁਕਾਨ ਬੰਦ ਕਰਨ ਵੇਲੇ ਉਹ ਆਪਣਾ ਬਹੀ ਖਾਤਾ ਚੈੱਕ ਕਰਦਾ ਹੈ। ਅੱਜ ਸਾਰੇ ਦਿਨ ਦੇ ਵਿੱਚ ਕੀ ਕਮਾਇਆ ਮੈਂ, ਕੀ ਖਟਿਆ ਮੈਂ। ਪਰ ਕਮਾਲ ਦੀ ਗੱਲ, ਜੀਵਨ ਦੇ ਬਹੁਤੇ ਸਮੇਂ ਨਿਕਲ ਗਏ, ਬਹੁਤੇ ਸਾਲ ਨਿਕਲ ਗਏ, ਕਦੇ ਆਪਣੇ ਆਪ ਨੂੰ ਪੜਚੋਲਿਆ ਹੀ ਨਹੀਂ ਕਿ ਜੋ ਪਹਿਲੇ ਕਰਮ ਕਰਦੇ ਸਾਂ ਉਹਨਾਂ ਦੇ ਵਿੱਚੋਂ ਅੱਜ ਜੀਵਨ ਦੇ ਕੋਈ ਮੁਨਾਫਾ ਹੋਇਆ ਕਿ ਨਹੀਂ, ਜੀਵਨ ਪਰਮਾਤਮਾ ਦੇ ਨਾਮ ਦੇ ਨਾਲ ਜੁੜਿਆ ਕਿ ਨਹੀਂ। ਲੋੜ ਹੈ ਕਿ ਬਾਹਰ ਮੁਖੀ ਤੇ ਅਸੀਂ ਨਵੀਨਤਾ ਲੈ ਕੇ ਆਏ ਹਾਂ, ਅੰਦਰ ਹਿਰਦੇ ਅੰਦਰ ਵੀ ਨਵੀਨਤਾ ਆਈ ਕਿ ਨਹੀਂ, ਰੱਬੀ ਗੁਣ ਪੈਦਾ ਹੋਏ ਕਿ ਨਹੀਂ ਹੋਏ। ਨਾਲ ਹੀ ਚੇਤਰ ਮਹੀਨੇ ਦੀ ਆਰੰਭਤਾ ਹੈ। ਚੇਤ ਤੋਂ ਪਹਿਲਾਂ ਗੁਰੂ ਪਾਤਸ਼ਾਹ ਮਹਾਰਾਜ ਨੇ ਅਰਦਾਸ ਦਾ ਸ਼ਬਦ ਉਚਾਰਨ ਕੀਤਾ। ਮਹਾਰਾਜ ਆਖਦੇ ਨੇ ਕਿ ਕਿਰਤ ਕਰਮ ਕੇ ਵਿਛੋੜੇ, ਕਰ ਕਿਰਪਾ ਮੇਲੋ ਰਾਮ। ਦਾਤਾ ਅਸੀਂ ਆਪਣੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ, ਪਰ ਮਿਲਿਆ ਉਸ ਦੀ ਮਿਹਰ ਦੇ ਨਾਲ ਜਾ ਸਕਦਾ ਹੈ, ਆਪਣੇ ਕਰਮਾਂ ਦੇ ਨਾਲ ਨਹੀਂ, ਰੱਬੀ ਰਹਿਮਤ ਦੇ ਨਾਲ। ਇਸ ਲਈ ਗੁਰਦੇਵ ਅਰਦਾਸ ਕਰਦੇ ਨੇ ਇਸ ਪਾਵਨ ਸ਼ਬਦ ਦੇ ਅੰਦਰ ਕਿ ਕਿਰਤ ਕਰਮ ਕੇ ਵਿਛੋੜੇ, ਅਸੀਂ ਆਪਣੇ ਕਰਮਾਂ ਕਰਕੇ ਵਿਛੜੇ ਹਾਂ। ਤੇ ਅਰਦਾਸ ਕਰਦੇ ਨੇ ਕਰ ਕਿਰਪਾ ਮੇਲੋ ਰਾਮ, ਕਿਰਪਾ ਕਰਕੇ ਮਾਲਕ ਆਪਣੇ ਚਰਨਾਂ ਦੇ ਨਾਲ ਮੇਲ ਲੈ। ਕਿਉਂਕਿ ਸਿੱਖ ਦੇ ਜੀਵਨ ਦਾ ਅਰਦਾਸ ਇੱਕ ਮੁੱਖ ਅੰਗ ਹੈ। ਸੁੱਖ ਹੋਏ ਦੁੱਖ ਹੋਏ, ਖੁਸ਼ੀ ਹੈ ਗਮੀ ਹੈ, ਸਿੱਖ ਹਰ ਵੇਲੇ ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਕਰਦਾ ਹੈ। ਰਹਿਤਨਾਮਿਆਂ ਦੇ ਅੰਦਰ ਇਹ ਬਚਨ ਨੇ ਕਿ ਸਿੱਖ ਘਰ ਤੋਂ ਬਾਹਰ ਜਦੋਂ ਨਿਕਲੇ ਨਾ, ਅਰਦਾਸ ਕਰਕੇ ਨਿਕਲੇ। ਤੇ ਵਿਦਵਾਨਾਂ ਨੇ ਜੋ ਅਰਦਾਸ ਦੇ 4 ਅੱਖਰ ਨੇ ਉਹਨਾਂ ਦੇ ਜੋ ਅਰਥ ਕੀਤੇ ਨੇ, ਆਖਦੇ ਨੇ ਕਿ ਐੜੇ ਤੋਂ ਭਾਵ ਹੈ ਉਹ ਅੰਤਰਜਾਮੀ ਹੈ। ਜਦੋਂ ਮਾਲਕ ਦੇ ਚਰਨਾਂ ਦੇ ਕੋਈ ਹੱਥ ਜੋੜ ਕੇ ਖੜਾ ਹੋ ਜਾਏ ਨਾ, ਭਾਵੇਂ ਉਹਦੇ ਕੋਲ ਅਲਫਾਜ਼, ਭਾਵੇਂ ਉਹਦੇ ਕੋਲ ਕੋਈ ਚੰਗੇ ਸ਼ਬਦ ਹੋਣ, ਭਾਵੇਂ ਨਾ ਹੋਣ, ਉਹ ਮਾਲਕ ਦਿਲਾਂ ਦੀਆਂ ਜਾਣਨ ਵਾਲਾ ਹੈ। ਇਸ ਲਈ ਗੁਰਦੇਵ ਆਖਦੇ ਨੇ ਕਿ ਪਹਿਲਾ ਉਹ ਅੰਤਰਜਾਮੀ ਹੈ। ਦੂਸਰਾ ਸ਼ਬਦ ਹੈ ਰਾਰਾ, ਭਾਵ ਕਿ ਉਹ ਰਾਖਾ ਹੈ। ਜਦੋਂ ਸੰਸਾਰ ਦੇ ਵਿੱਚ ਕੋਈ ਵੀ ਆਪਣਾ ਨਾ ਬਣੇ, ਕੋਈ ਸਹਾਰਾ ਨਾ ਦੇ, ਤੇ ਧੰਨ ਗੁਰੂ ਅਰਜੁਨ ਦੇਵ ਪਾਤਸ਼ਾਹ ਬਚਨ ਮਹਾਰਾਜ ਦੇ ਬਚਨ ਨੇ ਕਿ ਜਾਂ ਕੋ ਮੁਸ਼ਕਲ ਅਤ ਬਣੇ ਢੋਈ ਕੋਈ ਨਾ ਦੇ। ਲਾਗੂ ਹੋਏ ਦੁਸ਼ਮਨਾ ਸਾਖ ਪੀ ਭਜ ਖਲੇ, ਸਭੋ ਭਜੈ ਆਸਰਾ ਚੁਕੈ ਸਭ ਅਸਰਾਓ, ਚਿਤ ਆਵੈ ਉਸ ਪਾਰ ਬ੍ਰਹਮ ਲੱਗੇ ਨਾ ਤਤੀ ਵਾਓ। ਉਹ ਰਾਖਾ ਵੀ ਹੈ। ਤੀਸਰੇ ਨੰਬਰ ਦੇ ਉੱਪਰ ਹੈ ਦੱਦਾ, ਭਾਵ ਕਿ ਦਾਤਾ ਹੈ। ਦੁਨੀਆ ਦੇ ਅੰਦਰ ਦਾਤੇ ਬਣੇ ਹੋਣਗੇ, ਪਰ ਗੁਰਦੇਵ ਆਖਦੇ ਨੇ ਕਿ ਜਗਤ ਭਿਖਾਰੀ ਫਿਰਤ ਹੈ, ਸਭ ਕੋ ਦਾਤਾ ਰਾਮ। ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਮਾਲਕ ਵਾਹਿਗੁਰੂ ਹੈ। ਇਤਿਹਾਸ ਦੇ ਜ਼ਿਕਰ ਆਂਦਾ ਹੈ ਕਿ ਇੱਕ ਰਾਜਾ ਆਪਣੇ ਰਾਜ ਮਹਿਲ ਤੋਂ ਬਾਹਰ ਜਾ ਕੇ ਲੋਕਾਂ ਨੂੰ ਦਾਨ ਪੁੰਨ ਕਰਿਆ ਕਰਦਾ ਸੀ, ਧਨ ਬਸਤਰ ਦਿਆ ਕਰਦਾ ਸੀ। ਪਰ ਧਨ ਬਸਤਰ ਦੇਣ ਦਾ ਉਹਦਾ ਢੰਗ ਇੱਕ ਨਿਵੇਕਲਾ ਸੀ, ਇੱਕ ਵੱਖਰਾ ਸੀ। ਜਦੋਂ ਲੋਕਾਂ ਨੂੰ ਉਹ ਹੱਥ ਉੱਚਾ ਕਰਕੇ ਦੇ ਨਾ, ਤੇ ਆਪਣੀਆਂ ਅੱਖਾਂ ਝੁਕਾ ਲੇ, ਆਪਣੀ ਗਰਦਨ ਝੁਕਾ ਲੇ। ਇੱਕ ਫਕੀਰ ਦੇਖਦਾ ਹੈ, ਉਹ ਫਕੀਰ ਵੀ ਮੰਗਣ ਵਾਲਿਆਂ ਦੀ ਕਨਾਹ ਦੇ ਵਿੱਚ ਲਾਈਨ ਦੇ ਵਿੱਚ ਲੱਗਿਆ। ਜਦੋਂ ਫਕੀਰ ਦਾ ਨੰਬਰ ਆਇਆ, ਫਕੀਰ ਨੂੰ ਕੁਝ ਦੇਣ ਲੱਗਾ ਤੇ ਫਕੀਰ ਨੇ ਰਾਜੇ ਦਾ ਹੱਥ ਪਕੜ ਲਿਆ। ਆਖਣ ਲੱਗਾ, ਰਾਜਨ ਇੱਕ ਗੱਲ ਮੈਨੂੰ ਸਮਝ ਨਹੀਂ ਆਈ। ਲੋਕੀ ਦਾਨ ਕਰਦੇ ਨੇ, ਆਪਣੇ ਆਪ ਦਾ ਪ੍ਰਗਟਾਵਾ ਕਰਦੇ ਨੇ, ਪਰ ਮੈਂ ਦੇਖਿਆ ਤੂੰ ਜਦੋਂ ਦਾਨ ਕਰਦਾ ਹੈ ਆਪਣੀਆਂ ਅੱਖਾਂ ਝੁਕਾ ਲੈਂਦਾ ਹੈ।
ਉੱਥੇ ਰਾਜੇ ਨੇ ਬੜੇ ਪਿਆਰੇ ਬਚਨ ਕੀਤੇ। ਉਹ ਆਖਣ ਲੱਗਾ, ਦੇਨਹਾਰ ਕੋਈ ਹੋਰ ਹੈ, ਜੋ ਦੇਵਤ ਹੈ ਦਿਨ ਰੈਣ। ਕਹਿਣ ਲੱਗਾ, ਮੈਂ ਤੇ ਇੱਕ ਜਰੀਆ ਹਾਂ, ਮੈਂ ਦੇਣ ਵਾਲਾ ਦਾਤਾ ਨਹੀਂ। ਦੇਨਹਾਰ ਕੋਈ ਹੋਰ ਹੈ, ਜੋ ਦੇਵਤ ਹੈ ਦਿਨ ਰੈਣ। ਲੋਕ ਭਰਮ ਮੁਝ ਮੈਂ ਕਰੈ, ਯਾ ਤੇ ਨੀਚੇ ਨੈਣ। ਲੋਕ ਭਰਮ ਕਰਦੇ ਨੇ, ਇਹ ਰਾਜਾ ਦੇ ਰਿਹਾ ਹੈ। ਆਖਣ ਲੱਗਾ, ਇਹ ਭਰਮ ਮੁਕਾਉਣ ਲਈ ਮੈਂ ਆਖਦਾ ਹਾਂ ਕਿ ਦੇਨਹਾਰ ਕੋਈ ਹੋਰ ਹੈ, ਜੋ ਦੇਵਤ ਹੈ ਦਿਨ ਰੈਣ। ਲੋਕ ਭਰਮ ਮੁਝ ਮੈਂ ਕਰੇ, ਯਾ ਤੇ ਨੀਚੇ ਨੈਣ। ਇਸ ਕਰਕੇ ਮੈਂ ਅੱਖਾਂ ਝੁਕਾਈਆਂ ਹੋਈਆਂ ਨੇ। ਉਹ ਦਾਤਾ ਵੀ ਉਹ ਮਾਲਕ ਹੀ ਹੈ। ਅਖੀਰ ਦੇ ਵਿੱਚ ਹੈ ਸੱਸਾ, ਭਾਵ ਕਿ ਸਹਾਰਾ ਉਸ ਮਾਲਕ ਦਾ ਹੀ ਸਾਰੀ ਖਲਕਤ ਨੂੰ, ਸਾਰੇ ਜੀਵਾਂ ਨੂੰ ਸਹਾਰਾ ਹੈ। ਤੇ ਅਰਦਾਸ ਕੇਵਲ ਜਨਮ ਹੋਣ ਤੇ ਹੀ ਨਹੀਂ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਜੋ ਪਹਿਰਿਆਂ ਦੇ ਅੰਦਰ ਬਾਣੀ ਉਚਾਰਨ ਕੀਤੀ ਨਾ, ਜੀਵਨ ਦੇ ਇਸ ਪੂਰੇ ਜੀਵਨ ਨੂੰ ਮਹਾਰਾਜ ਨੇ 4 ਭਾਗਾਂ ਦੇ ਵਿੱਚ ਵੰਡਿਆ ਹੈ। ਤੇ ਮਹਾਰਾਜ ਪਹਿਲੇ ਪਹਿਰੇ ਦੇ ਅੰਦਰ ਰਹਿਮਤ ਕਰਦੇ ਨੇ ਕਿ ਪਹਿਲੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਹੁਕਮ ਪਿਆ ਗਰਭਾਸ। ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਸੇਤੀ ਅਰਦਾਸ। ਮਾਲਕ ਦੇ ਹੁਕਮ ਦੇ ਨਾਲ ਜਦੋਂ ਮਾਤਾ ਦੇ ਗਰਭ ਦੇ ਅੰਦਰ ਟਿਕਿਆ, ਉਰਦ ਤਪ ਅੰਤਰ ਕਰੇ। ਮਹਾਰਾਜ ਆਖਦੇ ਨੇ ਕਿ ਪੁੱਠਾ ਲਟਕਿਆ ਹੋਇਆ ਤਪ ਕਰਦਾ ਹੈ ਤੇ ਖਸਮ ਸੇਤੀ ਅਰਦਾਸ। ਮਾਲਕ ਦੇ ਚਰਨਾਂ ਦੇ ਵਿੱਚ ਅਰਦਾਸ ਦੇ ਵਿੱਚ ਭਾਵੇਂ ਉਹਦੇ ਕੋਲ ਅਲਫਾਜ਼ ਨਾ ਹੋਣ, ਉਹ ਯਾਦ ਹੀ ਉਹਦੀ ਅਰਦਾਸ ਬਣ ਗਈ ਹੈ। ਸਤਿਗੁਰ ਮਹਾਰਾਜ ਆਖਦੇ ਨੇ ਕਿ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮੇਲੋ ਰਾਮ। ਫਿਰ ਅੱਗੇ ਆਖਦੇ ਨੇ ਕਿ 4 ਕੁੰਟ 10 ਦਿਸ ਭ੍ਰਮੇ। 4 ਕੁੰਟਾਂ ਦੇ ਵਿੱਚ 10 ਦਿਸ, 10 ਦਿਸ਼ਾਵਾਂ। 10 ਦਿਸ਼ਾਵਾਂ ਤੋਂ ਭਾਵ ਹੈ 4 ਜੋ ਦਿਸ਼ਾਵਾਂ ਨੇ, ਪੂਰਬ, ਪੱਛਮ, ਉੱਤਰ, ਦੱਖਣ। ਇਹਨਾਂ ਦੇ ਹੋਰ 4 ਕੋਣੇ, 8 ਦਿਸ਼ਾਵਾਂ ਹੋ ਗਈਆਂ। ਤੇ ਧਰਤੀ ਔਰ ਆਕਾਸ਼, ਇਹ 10 ਦਿਸ਼ਾਵਾਂ। ਭਾਵ ਕਿ ਸਾਰੀ ਧਰਤੀ ਦੇ ਉੱਪਰ 4 ਕੁੰਟ 10 ਦਿਸ ਭ੍ਰਮੇ। ਥੱਕ ਆਏ ਪ੍ਰਭ ਕੀ ਸ਼ਾਮ, ਥੱਕ ਕੇ ਹਾਰ ਕੇ। ਇੱਥੇ ਸ਼ਾਮ ਤੋਂ ਭਾਵ ਹੈ ਸ਼ਰਨ 'ਚ ਆ ਗਏ ਪ੍ਰਭੂ ਦੀ ਚਰਨਾਂ ਦੇ ਵਿੱਚ, ਕਿਉਂਕਿ ਉਸ ਮਾਲਕ ਵਰਗਾ ਹੋਰ ਕੋਈ ਨਹੀਂ ਹੈ। ਭੱਟਾਂ ਦੀ ਬਾਣੀ ਦੇ ਬੜਾ ਪਿਆਰਾ ਬਚਨ ਆਉਂਦਾ ਹੈ ਭੱਟ ਭਿੱਖਾ ਜੀ ਦਾ। ਭੱਟ ਭਿੱਖਾ ਜੀ ਆਖਦੇ ਨੇ, ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਸੋਚਿਆ ਕਿ ਗੁਰੂ ਮਿਲ ਜਾਏ, ਮੁਰਸ਼ਦ ਮਿਲ ਜਾਏ, ਸੰਤਾਂ ਦੀ ਸੰਗਤ ਮਿਲ ਜਾਏ। ਇਸ ਲਈ ਬੜੀ ਜਗ੍ਹਾ ਦੇ ਉੱਪਰ ਗਏ ਆ। ਉਹ ਮੂੰਹ ਤੋਂ ਮਿੱਠੇ ਮਿੱਠੇ ਬੋਲ ਬੋਲਦੇ ਸਨ, ਪਰ ਉਹਨਾਂ ਦੀ ਕਥਨੀ ਔਰ ਕਰਨੀ ਦੇ ਵਿੱਚ ਜ਼ਮੀਨ ਔਰ ਅਸਮਾਨ ਦਾ ਫਰਕ ਸੀ। ਸਤਿਗੁਰ ਮਹਾਰਾਜ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਨੇ ਕਿ ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ। ਸੰਨਿਆਸੀ ਤਪੀਸਰ, ਮੁਖੋਂ ਇਹ ਪੰਡਿਤ ਮਿੱਠੇ। ਬਰਸ ਏਕ ਹੋ ਫਿਰਿਓ, ਕਿਨੈ ਨਾ ਪਰਚੋ ਲਾਇਓ। ਕਹਿਤੇ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ। ਉਹ ਆਖਣ ਲੱਗੇ, ਅਸਲੀ ਗੁਰੂ ਪਰਮਾਤਮਾ ਵਾਹਿਗੁਰੂ ਹੈ। ਉਹਦੀ ਸ਼ਰਨ ਪੈ ਕੇ, ਕਿਉਂਕਿ ਬਾਹਰ ਜਾ ਕੇ ਜਿਨ੍ਹਾਂ ਦੇ ਮੈਂ ਸ਼ਰਨ ਪਿਆ, ਉਹਨਾਂ ਦੀ ਕਥਨੀ ਔਰ ਕਰਨੀ ਦੇ ਬੜਾ ਫਰਕ ਸੀ। ਪਰ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਘਰ ਆਏ ਤੇ ਆ ਕੇ ਭੱਟਾਂ ਨੇ ਸਜਦਾ ਕਰ ਦਿੱਤਾ। ਮਹਾਰਾਜ ਆਖਦੇ ਨੇ ਕਿ 4 ਕੁੰਟ 10 ਦਿਸ ਭ੍ਰਮੇ, ਥੱਕ ਆਏ ਪ੍ਰਭ ਕੀ ਸ਼ਾਮ। ਗੁਰਦੇਵ ਨੇ ਅੱਗੇ 2 ਐਗਜ਼ਾਮਪਲ ਦਿੱਤੇ ਨੇ। ਗੁਰਦੇਵ ਆਖਦੇ ਨੇ ਕਿ ਧੇਨ ਦੁਧੈ ਤੇ ਬਾਹਰੀ, ਕਿਤੈ ਨਾ ਆਵੇ ਕਾਮ। ਧੇਨ ਕਿਹਾ ਜਾਂਦਾ ਹੈ ਗਊ ਨੂੰ। ਪਿੰਡਾਂ ਥਾਵਾਂ ਦੇ ਉੱਪਰ ਲੋਕਾਂ ਨੇ ਗਊਆਂ ਰੱਖੀਆਂ ਹੋਈਆਂ ਨੇ, ਤੇ ਜਦੋਂ ਦੁੱਧ ਤੋਂ ਸਖਣੀ ਹੋ ਜਾਏ ਨਾ ਗਊ, ਤੇ ਲੋਕੀ ਫਿਰ ਕੀ ਕਰਦੇ ਨੇ, ਸੰਗਲ ਖੋਲ ਕੇ ਉਸ ਗਊ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੰਦੇ ਨੇ। ਉਹ ਕਿਸੇ ਕੰਮ ਦੀ ਨਹੀਂ ਰਹਿੰਦੀ, ਕਿਉਂਕਿ ਮੱਝਾਂ ਨੂੰ ਤੇ ਫਿਰ ਉਹ ਹਲ ਦੇ ਅੱਗੇ ਜੋ ਲੈਂਦੇ ਨੇ, ਪਰ ਗਊ ਨੂੰ ਨਹੀਂ ਸਮਝਾਉਂਦੇ। ਇਸ ਲਈ ਮਹਾਰਾਜ ਆਖਦੇ ਨੇ ਕਿ ਧੇਨ ਦੁਧੈ ਤੇ ਬਾਹਰੀ, ਗਊ ਦੁੱਧ ਤੋਂ ਸਖਣੀ ਹੋ ਜਾਏ। ਕਿਤੈ ਨਾ ਆਵੇ ਕਾਮ, ਜਲ ਬਿਨ ਸਾਗ ਕੋ ਮਿਲਾਵਤੀ। ਜਲ ਤੋਂ ਬਿਨਾ, ਪਾਣੀ ਤੋਂ ਬਿਨਾ, ਸ਼ਾਖਾ ਤੋਂ ਭਾਵ ਜੋ ਫਸਲ ਹੈ ਕੁਮਲਾ ਜਾਂਦੀ ਹੈ। ਉਪਜੈ ਨਾਹੀ ਦਾਮ। ਜੇ ਫਸਲ ਹੀ ਚੰਗੀ ਪੈਦਾ ਨਾ ਹੋਈ ਤੇ ਦੰਬੜੇ ਪੈਸੇ ਕਿੱਥੋਂ ਮਿਲਣੇ ਨੇ। ਮਹਾਰਾਜ ਇਹ 2 ਐਗਜ਼ਾਮਪਲ ਦੇ ਕੇ ਅੱਗੇ ਆਖਦੇ ਨੇ, ਹਰ ਨਾਹ ਨਾ ਮਿਲੀਏ ਸਾਜਨੇ,
ਕਤ ਪਾਈਐ ਵਿਸ਼ਰਾਮ। ਜੇ ਹਰੀ ਰੂਪੀ ਕੰਤ ਵਾਹਿਗੁਰੂ ਨਾ ਮਿਲੇ ਤੇ ਹਿਰਦੇ ਅੰਦਰ ਕਿਵੇਂ ਸ਼ਾਂਤੀ ਆਏ, ਹਿਰਦੇ ਅੰਦਰ ਕਿਵੇਂ ਆਨੰਦ ਪੈਦਾ ਹੋਏਗਾ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਹਿਰਦੇ ਰੂਪੀ ਘਰ ਦੇ ਅੰਦਰ ਹਰੀ ਰੂਪੀ ਕੰਤ ਨਹੀਂ ਪ੍ਰਗਟ ਹੋਏਗਾ। ਭੱਠ ਨਗਰ ਸੇ ਗ੍ਰਾਮ, ਗੁਰਦੇਵ ਆਖਦੇ ਨੇ ਕਿ ਉਹ ਹਿਰਦਾ ਤਪਦੇ ਹੋਏ ਭੱਠਾਂ ਦੀ ਤਰ੍ਹਾਂ ਹੈ। ਭਾਵੇਂ ਉਹ ਸ਼ਹਿਰ ਨੇ ਤੇ ਭਾਵੇਂ ਉਹ ਗ੍ਰਾਮ ਨੇ, ਮਹਾਰਾਜ ਆਖਦੇ ਨੇ ਕਿ ਉਹ ਹਿਰਦਾ ਰੂਪੀ ਘਰ ਜਿਹੜਾ ਹੈ ਸਦਾ ਹੀ ਤਪਦਾ ਰਹਿੰਦਾ ਹੈ। ਉਸ ਹਿਰਦੇ ਰੂਪੀ ਘਰ ਦੇ ਅੰਦਰ ਕਦੇ ਸ਼ਾਂਤੀ ਨਹੀਂ ਆਉਂਦੀ। ਅਗਲੀਆਂ ਪੰਕਤੀਆਂ ਬੜੀਆਂ ਕਮਾਲ ਦੀਆਂ ਨੇ। ਮਹਾਰਾਜ ਆਖਦੇ ਨੇ ਕਿ ਸਰਬ ਸਿੰਗਾਰ ਤੰਬੋਲ ਰਸ ਸਣ ਦੇ ਹੀ ਸਭ ਖਾਮ। ਸਰਬ ਸਿੰਗਾਰ, ਸਿੰਗਾਰ ਤੋਂ ਭਾਵ ਹੈ ਸ਼ਿੰਗਾਰ। ਜਿਵੇਂ ਪਤੀ ਦੀ ਖੁਸ਼ੀ ਲਈ ਪਤਨੀ ਆਪਣੇ ਤਨ ਦੇ ਉੱਪਰ ਸ਼ਿੰਗਾਰ ਕਰਦੀ ਹੈ, ਜਿਨ੍ਹਾਂ ਦੇ ਸਿਰ ਦੇ ਉੱਪਰੋਂ ਪਤੀ ਦਾ ਸਾਇਆ ਚੁੱਕਿਆ ਜਾਏ, ਬਹੁਤੀ ਵਾਰ ਉਹ ਤਨ ਦੇ ਉੱਪਰ ਸ਼ਿੰਗਾਰ ਨਹੀਂ ਕਰਦੀਆਂ। ਮਹਾਰਾਜ ਆਖਦੇ ਨੇ ਕਿ ਪਤੀ ਦੀ ਖੁਸ਼ੀ ਲਈ ਆਪਣੇ ਤਨ ਦੇ ਉੱਪਰ ਸ਼ਿੰਗਾਰ ਕੀਤਾ। ਪਰ ਇੱਥੇ ਗੁਰਦੇਵ ਪਾਤਸ਼ਾਹ ਜੀਵ ਰੂਪੀ ਇਸਤਰੀ ਦੀ ਗੱਲ ਕਰਦੇ ਨੇ। ਮਹਾਰਾਜ ਆਖਦੇ ਨੇ ਕਿ ਕਰਮਾਂ ਦਾ ਸ਼ਿੰਗਾਰ ਤੇ ਕੀਤਾ, ਪਰ ਕੀਤਾ ਹੋਇਆ ਸ਼ਿੰਗਾਰ ਜੇ ਰੱਬ ਨੂੰ ਨਹੀਂ ਪਾਇਆ ਉਹ ਫਿਰ ਵਿਅਰਥ ਹੈ। ਸੰਖੇਪ ਜੀ ਮੈਂ ਸਾਖੀ ਆਪਣਾ ਸਾਂਝੀ ਕਰਾਂ। ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ 9 ਸਾਲ ਦੀ ਆਰਬਲਾ ਦੇ ਵਿੱਚ ਜਨੇਊ ਪਾਉਣ ਲੱਗੇ, ਧਰਮ ਦੇ ਚਿੰਨ੍ਹ ਪਾਉਣ ਲੱਗੇ, ਤੇ ਮਹਾਰਾਜ ਨੇ ਪੰਡਤ ਹਰਦਿਆਲ ਜੀ ਨੂੰ ਕਿਹਾ ਸੀ, ਪੰਡਤ ਜੀ ਇਸ ਦੇ ਨਾਲ ਕੀ ਹੋਏਗਾ? ਉਹ ਆਖਣ ਲੱਗੇ ਤੁਸੀਂ ਧਰਮੀ ਹੋ ਜਾਓਗੇ। ਮਹਾਰਾਜ ਆਖਣ ਲੱਗੇ ਮੇਰੇ ਤੋਂ ਵੱਡੀ ਬੇਬੇ ਨਾਨਕੀ ਮੇਰੀ 5 ਸਾਲ ਵੱਡੀ ਭੈਣ ਹੈ, ਮੇਰੀ ਮਾਤਾ ਤ੍ਰਿਪਤਾ ਹੈ, ਤੁਸੀਂ ਉਹਨਾਂ ਨੂੰ ਤੇ ਪਾਇਆ ਨਹੀਂ। ਕਹਿਣ ਲੱਗੇ ਉਹਨਾਂ ਨੂੰ ਕੋਈ ਹੱਕ ਨਹੀਂ ਹੈ। ਮਹਾਰਾਜ ਨੇ ਫਿਰ ਆਸਾ ਕੀ ਵਾਰ ਦੇ ਅੰਦਰ ਇਹ ਬਚਨ ਉਚਾਰਨ ਕੀਤੇ ਸਨ ਕਿ ਦਇਆ ਕਪਾ ਸੰਤੋਖ ਸੂਤ ਜਤ ਗੰਡੀ ਸਤਵਟ, ਇਹ ਜਨੇਊ ਜੀ ਕਾ ਹੈ ਤਾਂ ਭਾਂਡੇ ਘੱਤ। ਕਿ ਇਹ ਬਾਹਰ ਦੇ ਪਾਏ ਹੋਏ ਚਿੰਨ੍ਹ ਦੇ ਨਾਲ, ਬਾਹਰ ਦੇ ਕੀਤੇ ਹੋਏ ਸ਼ਿੰਗਾਰ ਦੇ ਨਾਲ ਜੇ ਅੰਦਰ ਦੀ ਆਤਮਾ ਦੇ ਵਿੱਚ ਉਹ ਗੁਣ ਪੈਦਾ ਹੋ ਜਾਣ ਤੇ ਮਹਾਰਾਜ ਆਖਦੇ ਨੇ ਕਿ ਉਹ ਸ਼ਿੰਗਾਰ ਮੇਰੇ ਮਾਲਕ ਨੂੰ ਪਾਏਗਾ। ਨਹੀਂ ਤੇ ਗੁਰਦੇਵ ਆਖਦੇ ਨੇ ਕਿ ਸਰਬ ਸਿੰਗਾਰ ਤੰਬੋਲ ਰਸ, ਤੰਬੋਲ ਰਸ ਤੋਂ ਭਾਵਦੇ ਪਾਨਾਂ ਦੇ ਪੀੜੇ, ਪਾਨ ਆਦਿ ਖਾ ਕੇ ਰਸ ਪ੍ਰਾਪਤ ਕਰਨਾ। ਮਹਾਰਾਜ ਆਖਣ ਲੱਗੇ ਬਾਹਰ ਦੇ ਰਸਤੇ ਤੂੰ ਬੜੇ ਪ੍ਰਾਪਤ ਕੀਤੇ, ਪਰ ਇਹਨਾਂ ਦੇ ਨਾਲ ਕੀਤੇ ਹੋਏ ਤੇਰੇ ਇਹ ਸਾਰੇ ਸ਼ਿੰਗਾਰ, ਇਹ ਰਸ ਮਾਲਕ ਦੇ ਘਰ ਜੇ ਨਹੀਂ ਪਾਏ ਤੇ ਸਾਰੇ ਵਿਅਰਥ ਨੇ। ਤੁਸੀਂ ਬਾਣੀ ਪੜ੍ਹਨ ਵਾਲੇ ਹੋ, ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਇਹ ਸਿਰਲੇਖ ਆਉਂਦਾ ਹੈ ਕੁਚੱਜੀ ਬਾਣੀ, ਸੁਚੱਜੀ ਬਾਣੀ। ਉਹਨਾਂ ਦੇ ਇੱਕ ਬੜਾ ਪਿਆਰਾ ਬਚਨ ਹੈ। ਮਹਾਰਾਜ ਆਖਦੇ ਨੇ ਕਿ ਸੋਇਨਾ ਰੂਪਾ ਰੰਗੁੱਲਾ, ਮਨੁੱਖ ਨੇ ਸੋਨਾ ਖਰੀਦ ਲਿਆ, ਰੂਪਾ ਤੋਂ ਭਾਵਦੇ ਚਾਂਦੀ, ਰੰਗੁਲਾ ਤੋਂ ਭਾਵ ਜੋ ਮਨ ਨੂੰ ਖੁਸ਼ੀ ਦਿੰਦਾ ਹੈ। ਸੋਇਨਾ ਰੂਪਾ ਰੰਗੁਲਾ ਮੋਤੀ ਤਾਂ ਮਾਣਕ ਜੀਓ, ਸਹਿ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿਤ ਜੀਓ। ਮਹਾਰਾਜ ਆਖਦੇ ਨੇ ਕਿ ਇਹ ਦੁਨੀਆ ਦੇ ਰਸ ਤੇ ਮੈਂ ਪ੍ਰਾਪਤ ਕਰ ਲਏ, ਪਰ ਜਿਸ ਮਾਲਕ ਨੇ ਇਹ ਵਸਤੂਆਂ ਦਿੱਤੀਆਂ ਸਨ, ਮੈਂ ਉਸ ਮਾਲਕ ਨੂੰ ਵਿਸਾਰ ਕੇ ਇਹਨਾਂ ਵਸਤੂਆਂ ਦੇ ਨਾਲ, ਇਹਨਾਂ ਪਦਾਰਥਾਂ ਦੇ ਨਾਲ, ਇਹਨਾਂ ਰਸਾਂ ਦੇ ਨਾਲ ਸਾਂਝ ਪਾ ਲਈ ਹੈ। ਸਰਬ ਸਿੰਗਾਲ ਤੰਬੋਲ ਰਸ ਸਣ ਦੇਹੀ ਸਮੇਤ ਦੇਹੀ ਸੇ। ਮਹਾਰਾਜ ਆਖਦੇ ਨੇ ਕਿ ਸਭ ਖਾਮ ਸਾਰੇ ਵਿਅਰਥ ਨੇ। ਕਿ ਸਰਬ ਸਿੰਗਾਲ ਤੰਬੋਲ ਰਸ ਸਣ ਦੇਹੀ ਸਭ ਖਾਮ, ਪ੍ਰਭ ਸੁਆਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ। ਪਾਤਸ਼ਾਹ ਆਖਦੇ ਨੇ ਕਿ ਜੋ ਜੀਵ ਰੂਪੀ ਇਸਤਰੀਆਂ ਮਾਲਕ ਤੋਂ ਵਿਹੂਣੀਆਂ ਨੇ, ਸਖਣੀਆਂ ਨੇ, ਟੁੱਟੀਆਂ ਹੋਈਆਂ ਨੇ, ਮੀਤ ਸੱਜਣ ਸਭ ਜਾਮ, ਉਹਨਾਂ ਵਾਸਤੇ ਇਹ ਸਾਰੇ ਮੀਤ ਸੱਜਣ ਜੋ ਨੇ ਉਹ ਜੰਮ ਦੇ ਤੁਲ ਨੇ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਨਾਲ ਨਿਭਣ ਵਾਲਾ ਨਹੀਂ ਹੈ। ਫਿਰ ਅਰਦਾਸ ਕਰਦੇ ਨੇ ਕਿ ਹਰ ਨਾਨਕ ਕੀ ਬੇਨੰਤੀ ਆ, ਕਰ ਕਿਰਪਾ ਦੀਜੈ ਨਾਮ। ਨਾਨਕ ਦੀ ਇਹ ਬੇਨੰਤੀ ਹੈ ਮਾਲਕ ਜੀ ਕਿ ਕਿਰਪਾ ਕਰਕੇ ਨਾਮ ਦੀ ਖੈਰ ਪਾਓ, ਨਾਮ ਦੀ ਦਾਤ ਬਖਸ਼ਿਸ਼ ਕਰੋ। ਇਤਿਹਾਸ ਦੇ ਜ਼ਿਕਰ ਆਉਂਦਾ ਹੈ ਪੁਰਾਤਨ ਜਨਮ ਸਾਖੀ ਦੇ ਵਿੱਚ
ਕਿ ਇੱਕ ਵਾਰ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੀ ਜੋ ਭੇਟ ਹੈ ਫਕੀਰ ਮੀਆਂ ਮਿੱਠਾ ਦੇ ਨਾਲ ਹੁੰਦੀ ਹੈ। ਤੇ ਮੀਆਂ ਮਿੱਠਾ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਆਂਦਾ ਹੋਇਆ ਦੇਖਦਾ ਹੈ ਨਾ, ਆਪਣੇ ਚੇਲਿਆਂ ਨੂੰ ਆਖਦਾ ਹੈ ਕਿ ਗੁਰੂ ਨਾਨਕ ਆ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਨੂੰ ਮੈਂ ਇਸ ਤਰ੍ਹਾਂ ਤਾਰ ਦਿਆਂਗਾ ਜਿਵੇਂ ਦੁੱਧ ਦੇ ਉੱਪਰੋਂ ਮਲਾਈ ਨੂੰ ਤਾਰ ਦਿੱਤਾ ਜਾਂਦਾ ਹੈ। ਮੈਂ ਇਵੇਂ ਨਿਤਾਰ ਦਿਆਂਗਾ ਗੁਰੂ ਨਾਨਕ ਨੂੰ। ਗੁਰੂ ਨਾਨਕ ਸੱਚੇ ਪਾਤਸ਼ਾਹ ਜਾਣੀ ਜਾਣ ਸਤਿਗੁਰੂ ਮਹਾਰਾਜ ਮੁਸਕਰਾ ਪਏ ਤੇ ਆਖਣ ਲੱਗੇ, ਮਰਦਾਨਿਆਂ, ਇਹ ਫਕੀਰ ਮੀਆਂ ਮਿੱਠਾ ਕਹਿੰਦਾ ਹੈ ਕਿ ਗੁਰੂ ਨਾਨਕ ਨੂੰ ਇਸ ਤਰ੍ਹਾਂ ਮੈਂ ਨਿਤਾਰ ਦਿਆਂਗਾ ਜਿਵੇਂ ਕਿ ਦੁੱਧ ਦੇ ਉੱਪਰੋਂ ਮਲਾਈ ਨੂੰ ਤਾਰ ਜਾਂਦਾ ਹੈ, ਪਰ ਮਿਲਣ ਦੇ ਅਸੀਂ ਇਵੇਂ ਨਿਚੋੜ ਦਿਆਂਗੇ ਜਿਵੇਂ ਨਿੰਬੂ ਨੂੰ ਨਿਚੋੜ ਦਿੱਤਾ ਜਾਂਦਾ ਹੈ। ਹੁਣ ਪੀਰ ਵੀ ਸਿਆਣਾ ਸੀ। ਪੀਰ ਨੇ ਜਦੋਂ ਮਹਾਰਾਜ ਦੇ ਅੰਦਰ ਦਾ ਜਾਣਿਆ ਨਾ ਤੇ ਆਪਣੇ ਚੇਲਿਆਂ ਨੂੰ ਕਹਿਣ ਲੱਗਾ ਵੀ ਚਲੋ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਜਾ ਕੇ ਨਮਸਕਾਰ ਕਰੀਏ। ਤੇ ਨਾਲ ਚੇਲੇ ਕਹਿਣ ਲੱਗੇ, ਪੀਰ ਜੀ ਕੁਝ ਸਮਾਂ ਪਹਿਲਾਂ ਤੇ ਤੁਸੀਂ ਕਹਿੰਦੇ ਸੀ ਕਿ ਗੁਰੂ ਨਾਨਕ ਨੂੰ ਇਸ ਤਰ੍ਹਾਂ ਨਿਤਾਰ ਦਿਆਂਗੇ ਜਿਵੇਂ ਦੁੱਧ ਦੇ ਉੱਪਰੋਂ ਮਲਾਈ ਨਿਤਾਰ ਦਿੱਤੀ ਜਾਂਦੀ ਹੈ। ਉਹ ਆਖਣ ਲੱਗਾ, ਮੇਰੇ ਕੋਲ ਇਤਨੀ ਹੀ ਤਾਕਤ ਹੈ ਕਿ ਦੁੱਧ ਦੇ ਉੱਪਰੋਂ ਮਲਾਈ ਨੂੰ ਉਤਾਰਤਾ ਜਾਏ ਪਰ ਦੁੱਧ ਦੀ ਕੀਮਤ ਫਿਰ ਵੀ ਉਤਨੀ ਹੈ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਅੰਦਰ ਇਤਨੀ ਅਜ਼ਮਤ ਹੈ, ਇਤਨੀ ਤਾਕਤ ਹੈ ਕਿ ਉਹ ਨਿੰਬੂ ਦੀ ਤਰ੍ਹਾਂ ਨਿਚੋੜ ਸਕਦੇ ਨੇ ਤੇ ਨਿਚੋੜੇ ਹੋਏ ਨਿੰਬੂ ਦੀ ਕੋਈ ਕੀਮਤ ਨਹੀਂ ਰਹਿੰਦੀ। ਮਹਾਰਾਜ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਫਕੀਰ ਮੀਆਂ ਮਿੱਠਾ ਨੇ ਤੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਨੂੰ ਸਵਾਲ ਕਰਨ ਲੱਗਾ, ਗੁਰਦੇਵ ਪਾਤਸ਼ਾਹ ਨਾਮ ਹੈ? ਮੈਂ ਸੰਖੇਪ ਜੀ ਅਰਜ਼ ਕਰਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਉਹਦੀ ਬਾਂਹ ਪਕੜੀ ਤੇ ਨਾਮ ਦੀ ਐਸੀ ਰੂਹਾਨੀਅਤ ਉਹਦੇ ਅੰਦਰ ਭਰ ਦਿੱਤੀ ਕਿ ਸਿਰ ਤੋਂ ਪੈਰਾਂ ਤੱਕ ਲੈ ਕੇ ਨਾਮ ਦੇ ਚਰੰਗੇ ਆ ਗਿਆ। ਗੁਰਦੇਵ ਪਾਤਸ਼ਾਹ ਆਖਦੇ ਨੇ ਕਿ ਨਾਨਕ ਕੀ ਬੇਨੰਤੀਆਂ ਕਰ ਕਿਰਪਾ ਦੀਜੈ, ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ, ਜਿਸ ਕਾ ਨੇਹ ਚਲ ਧਾਮ, ਉਸ ਮਾਲਕ ਦੇ ਨਾਲ ਮੈਨੂੰ ਮੇਲ ਦਿਓ ਜਿਹਦਾ ਧਾਮ ਨੇਚਲ ਹੈ, ਜੋ ਸਦਾ ਰਹਿਣ ਵਾਲਾ ਹੈ, ਜੋ ਕਦੇ ਜਾਣ ਵਾਲਾ ਨਹੀਂ। ਚੇਤ ਦੇ ਮਹੀਨੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਅਰਦਾਸ ਕਰਦੇ ਨੇ ਕਿ ਚੇਤ ਗੋਬਿੰਦ ਅਰਾਧੀਏ। ਚੇਤਰ ਦੇ ਮਹੀਨੇ ਵਿੱਚ ਗੋਬਿੰਦ ਨੂੰ ਅਰਾਧੀਏ, ਮਾਲਕ ਨੂੰ ਯਾਦ ਕਰੀਏ, ਹੋਵੇ ਆਨੰਦ ਕਣਾ। ਫਿਰ ਆਤਮਿਕ ਆਨੰਦ ਪੈਦਾ ਹੋਏਗਾ, ਉਹ ਆਨੰਦ ਜੋ ਕਦੇ ਜਾਣ ਵਾਲਾ ਨਹੀਂ। ਦੁਨੀਆ ਦੇ ਸੁੱਖ ਕੁਝ ਪਲਾਂ ਦੇ ਨੇ, ਕੁਝ ਘੰਟਿਆਂ ਦੇ ਨੇ, ਕੁਝ ਸਾਲਾਂ ਦੇ ਨੇ, ਪਰ ਜਿਨ੍ਹਾਂ ਨੂੰ ਨਾਮ ਦਾ ਉਹ ਆਨੰਦ ਪ੍ਰਾਪਤ ਹੋ ਗਏ ਆ, ਫਿਰ ਭਾਵੇਂ ਬੰਦ ਵੀ ਕਟਿਆ ਜਾਏ ਨਾ, ਉਹ ਮਾਲਕ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ। ਸਤਿਗੁਰ ਆਖਦੇ ਨੇ ਕਿ ਚੇਤ ਗੋਬਿੰਦ ਅਰਾਧੀਐ, ਹੋਵੇ ਆਨੰਦ ਕਣਾ, ਸੰਤ ਜਨਾਂ ਮਿਲ ਪਾਈਐ। ਸੰਤ ਜਨਾਂ ਨਾਮ ਜਪਣ ਵਾਲਿਆਂ ਗੁਰਮੁਖਾਂ ਦੀ ਸੰਗਤ 'ਚ ਰਹਿ ਕੇ ਪਾਈਐ ਇਹ ਨਾਮ ਰੂਪੀ ਸਰਮਾਇਆ ਮਿਲਦਾ ਹੈ। ਰਸਨਾ ਨਾਮ ਭਣਾ, ਰਸਨਾ ਦੇ ਨਾਲ ਪ੍ਰਭੂ ਦੇ ਨਾਮ ਨੂੰ ਭਣਨਾ, ਸਿਮਰਨਾ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸੈ ਗਣਾ। ਜਿਨ੍ਹਾਂ ਨੇ ਇਹ ਨਾਮ ਰੂਪੀ ਗੁਣਾਂ ਨੂੰ ਆਪਣੇ ਜੀਵਨ ਦਾ ਸ਼ਿੰਗਾਰ ਬਣਾਇਆ ਹੈ, ਗੁਰਦੇਵ ਆਖਦੇ ਨੇ ਕਿ ਆਏ ਤਿਸੈ ਗਣਾ, ਉਹਨਾਂ ਦਾ ਹੀ ਸੰਸਾਰ 'ਚ ਆਣਾ ਕਿਸੇ ਗਿਣਤੀ ਦੇ ਵਿੱਚ ਹੈ। ਉਹਨਾਂ ਦਾ ਹੀ ਸੰਸਾਰ 'ਚ ਆਣਾ ਸਫਲਾ ਹੈ। ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਾਣਾ। ਜੇ ਇੱਕ ਖਿਨ ਵੀ ਪ੍ਰਭੂ ਦੀ ਯਾਦ ਤੋਂ ਬਿਨਾਂ ਜੀਵਨ ਬਤੀਤ ਹੁੰਦਾ ਤੇ ਪਾਤਸ਼ਾਹ ਆਖਦੇ ਨੇ ਕਿ ਵਿਅਰਥ ਜੀਵਨ ਬਤੀਤ ਹੋ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ। ਉਹ ਮਾਲਕ ਜਲ ਦੇ ਵਿੱਚ, ਥਲ ਦੇ ਵਿੱਚ, ਭਾਵ ਕਿ ਜਲ ਦੀ ਹਰ ਇੱਕ ਬੂੰਦ ਦੇ ਵਿੱਚ, ਮਿੱਟੀ ਦੇ ਹਰ ਇੱਕ ਕਣਕੇ ਦੇ ਵਿੱਚ, ਮਹੀਲ ਤੋਂ ਭਾਵ ਆਕਾਸ਼ ਦੇ ਵਿੱਚ, ਹਰ ਜਗ੍ਹਾ ਰਮਿਆ ਹੋਇਆ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਬਣਾ, ਸੋ ਪ੍ਰਭ ਚਿਤ ਨ ਆਵੇ। ਕਿਤਨਾ ਦੁੱਖ ਗਣਾ, ਪਰ ਜੇ ਉਹ ਮਾਲਕ ਹੀ ਯਾਦ ਨਾ ਆਇਆ ਤੇ ਪਾਤਸ਼ਾਹ ਆਖਦੇ ਨੇ ਕਿ ਉਹ ਦੁੱਖ ਫਿਰ ਬਿਆਨ ਨਹੀਂ ਕੀਤਾ ਜਾ ਸਕਦਾ। ਜਿਨੀ ਰਾਵਿਆ ਸੋ ਪ੍ਰਭੂ, ਤਿਨਾ ਭਾਗ ਮਣਾ। ਜਿਨ੍ਹਾਂ ਨੇ ਮਾਲਕ ਨੂੰ ਰਾਵਿਆ ਹੈ, ਮਿਲਾਪ ਦਾ ਸੁੱਖ ਪ੍ਰਾਪਤ ਕੀਤਾ ਹੈ, ਮਾਲਕ ਦੇ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਵਸਾਇਆ ਹੈ, ਤਿੰਨਾ ਭਾਗ ਮਣਾ। ਉਹਨਾਂ ਦੇ ਭਾਗਾਂ ਮਣੀ ਭਾਗ ਜਾਗ ਜਾਂਦੇ ਨੇ। ਤੇ ਗੁਰਦੇਵ ਅਰਦਾਸ ਕਰਦੇ ਨੇ, ਹਰ ਦਰਸ਼ਨ ਕੋ ਮਨ ਲੋਚਦਾ।
ਹਰੀ ਦੇ ਦਰਸ਼ਨਾਂ ਨੂੰ ਇਹ ਮਨ ਲੋਚਦਾ ਹੈ। ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭੂ। ਗੁਰਦੇਵ ਆਖਦੇ ਨੇ ਕਿ ਚੇਤਰ ਦੇ ਮਹੀਨੇ ਦੇ ਵਿੱਚ ਜੋ ਮਾਲਕ ਦੇ ਚਰਨਾਂ ਦੇ ਨਾਲ ਮਿਲਾ ਦੇ, ਤਿਸ ਕੈ ਪਾਏ ਲਗਾ, ਉਹਦੇ ਪੈਰੀ ਪਵਾਂ, ਉਹਦੀ ਜਿਵੇਂ ਸੰਗਤ ਕਰਾਂ, ਜਿਸ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੈਸਰੀ ਰਾਗ ਅੰਦਰ ਵੀ ਬਿਆਨ ਕਰਦੇ ਨੇ ਕਿ ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਅਕੋਰ। ਇਹ ਗੱਲ ਕਰਕੇ ਮੈਂ ਸਮਾਪਤੀ ਕਰਾਂ ਸਾਧ ਸੰਗਤ। ਜਿੱਥੋਂ ਮੈਂ ਆਰੰਭਤਾ ਕੀਤੀ ਸੀ ਕਿ ਬਾਹਰ ਮੁਖੀ ਤੇ ਸਾਲ ਦੀ ਆਰੰਭਤਾ ਹੋ ਗਈ ਹੈ, ਪਰ ਕੀ ਹਿਰਦੇ ਅੰਦਰ ਵੀ ਅਸੀਂ ਉਹ ਗੁਣਾਂ ਦਾ ਸ਼ਿੰਗਾਰ ਕੀਤਾ ਕਿ ਨਹੀਂ ਕੀਤਾ। ਜਿਵੇਂ ਅਸੀਂ ਘਰ ਕਿਸੇ ਨੂੰ ਰੈਂਟ ਦੇ ਉੱਪਰ ਦਈਏ ਨਾ, ਕਿਰਾਏ ਉੱਪਰ ਦਈਏ, ਅਸੀਂ ਐਗਰੀਮੈਂਟ ਕਰਦੇ ਹਾਂ ਤੇ ਮਨੁੱਖ ਆਖਦਾ ਹੈ ਕਿ ਮੇਰੀਆਂ 3 ਸ਼ਰਤਾਂ ਨੇ, ਜੇ ਇਹ 3 ਸ਼ਰਤਾਂ ਤੂੰ ਮੰਨ ਜਾਏਗਾ ਮੈਂ ਆਪਣਾ ਮਕਾਨ ਤੈਨੂੰ ਕਿਰਾਏ ਦੇ ਉੱਪਰ ਰੈਂਟ ਦੇ ਉੱਪਰ ਦੇ ਦਿਆਂਗਾ। ਮੇਰੀ ਪਹਿਲੀ ਸ਼ਰਤ ਇਹ ਹੈ ਕਿ ਮਕਾਨ ਮੇਰਾ ਹੈ, ਤੈਨੂੰ ਕੇਵਲ ਰਹਿਣ ਵਾਸਤੇ ਦੇ ਰਿਹਾ, ਮਕਾਨ ਮੇਰਾ ਹੀ ਹੈ, ਦੇ ਮੈਂ ਤੈਨੂੰ ਕਿਰਾਏ ਪਰ ਦੇ ਰਿਹਾ। ਇਹ ਐਗਰੀਮੈਂਟ ਕਰਦਾ ਲਿਖਤ ਰੂਪ ਦੇ ਵਿੱਚ। ਦੂਸਰੀ ਗੱਲ, ਇਹ ਮਕਾਨ ਤੈਨੂੰ ਦਿੱਤਾ ਹੈ, ਇਹਦੀ ਮੁਰੰਮਤ ਦਾ ਧਿਆਨ, ਇਹਦੀ ਦੇਖਭਾਲ ਦੀ ਜਿਹੜੀ ਹੈ ਤੂੰ ਆਪੇ ਕਰਨੀ ਹੈ। ਇੱਥੋਂ ਤੱਕ ਕਿ ਬਾਹਰ ਤੋਂ ਮਿੱਟੀ ਆਏਗੀ ਉਹਦੀ ਸਫਾਈ ਵੀ ਤੂੰ ਕਰਨੀ ਹੈ। ਤੇ ਤੀਸਰੀ ਗੱਲ, ਜਦੋਂ ਮੈਂ ਚਾਹਾਂ ਇਸ ਆਪਣੇ ਘਰ ਨੂੰ ਵਾਪਸ ਲੈ ਸਕਦਾ ਹਾਂ। ਸਾਧ ਸੰਗਤ, ਇਹ ਸਰੀਰ ਰੂਪੀ ਘਰ ਵੀ ਉਸ ਮਾਲਕ ਦਾ ਦਿੱਤਾ ਹੋਇਆ ਹੈ, ਜਿਸ ਨੂੰ ਮਹਾਰਾਜ ਆਖਦੇ ਨੇ ਕਿ ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਣ ਖਾਂ। ਉਸ ਮਾਲਕ ਨੇ ਇਹ ਸਰੀਰ ਰੂਪੀ ਘਰ ਦਿੱਤਾ ਹੈ ਉਸ ਮਾਲਕ ਦਾ ਹੀ ਹੈ, ਅਸੀਂ ਵਰਤ ਰਹੇ ਹਾਂ। ਪਰ ਮਹਾਰਾਜ ਆਖਦੇ ਨੇ ਸੰਸਾਰ ਦੇ ਜਾ ਕੇ ਜੀਵ ਭੁੱਲ ਜਾਂਦਾ ਹੈ ਕਿ ਇੱਕ ਮਾਲਕ ਦਾ ਦਿੱਤਾ ਹੋਇਆ। ਦੂਸਰਾ, ਜੇ ਦਿੱਤਾ ਹੋਇਆ ਘਰ ਉਸ ਮਾਲਕ ਦਾ ਹੈ ਤੇ ਇਹਦਾ ਮੇਨਟੇਨੈਂਸ ਦਾ ਵੀ ਮਨੁੱਖ ਨੇ ਹੀ ਧਿਆਨ ਰੱਖਣਾ ਹੈ, ਇਹਦੀ ਦਵਾ ਦਾਰੂ ਮਨੁੱਖ ਨੇ ਕਰਨੀ ਹੈ, ਬਾਹਰ ਤੋਂ ਮਲੀਨਤਾ ਨਾ ਆ ਜਾਏ, ਇਸ ਲਈ ਦਰਵਾਜ਼ੇ ਬੰਦ ਕਰਕੇ ਰੱਖਣੇ ਨੇ। ਗੁਰਦੇਵ ਪਾਤਸ਼ਾਹ ਨੇ ਬੜੇ ਪਿਆਰੇ ਬਚਨ ਕੀਤੇ। ਮਹਾਰਾਜ ਆਖਦੇ ਨੇ ਕਿ ਦਰਵਾਜ਼ੇ ਸਾਡੇ ਸਰੀਰ ਦੇ ਵੀ ਨੇ, ਭਾਵੇਂ ਉਹ ਅੱਖਾਂ ਨੇ, ਭਾਵੇਂ ਉਹ ਜ਼ਬਾਨ ਹੈ, ਭਾਵੇਂ ਕੰਨ ਨੇ। ਤੇ ਗੁਰੂ ਨੇ ਸਾਨੂੰ ਉਹ ਜੋ ਅਵਗੁਣਾ ਰੂਪੀ ਦਰਵਾਜ਼ੇ ਨੇ ਉਹਦੀ ਸੋਝੀ ਵੀ ਦਿੱਤੀ ਹੈ। ਮਹਾਰਾਜ ਦੀ ਪਾਵਨ ਬਾਣੀ ਦੇ ਬਚਨ ਆਉਂਦੇ ਨੇ, ਮਹਾਰਾਜ ਆਖਦੇ ਕਿ ਗੁਰ ਦਿਖਲਾਈ ਮੋਰੀ। ਗੁਰੂ ਨੇ ਉਹ ਮੋਰੀ, ਉਹ ਰਸਤਾ ਅਵਗੁਣਾ ਦਾ ਸਾਨੂੰ ਦੱਸ ਦਿੱਤਾ। ਜਿਤ ਮਿਰਗ ਪੜਤ ਹੈ ਚੋਰੀ, ਜਿੱਥੋਂ ਬਾਹਰ ਤੋਂ ਪਸ਼ੂ ਆ ਕੇ ਸਾਡੇ ਜੀਵਨ ਨੂੰ, ਆਤਮਿਕ ਜੀਵਨ ਨੂੰ ਉਜਾੜਦੇ ਸਨ, ਉਹ ਵਿਕਾਰਾਂ ਰੂਪੀ ਪਸ਼ੂ ਸਾਡੇ ਜੀਵਨ ਨੂੰ ਖਰਾਬ ਕਰਦੇ ਸਨ। ਮਹਾਰਾਜ ਆਖਦੇ ਨੇ ਕਿ ਗੁਰੂ ਨੇ ਉਹ ਰਾਹ ਦੱਸ ਦਿੱਤਾ ਹੈ ਕਿ ਗੁਰ ਦਿਖਲਾਈ ਮੋਰੀ, ਜਿਤ ਮਿਰਗ ਪੜਤ ਹੈ ਚੋਰੀ। ਮੂੰਦ ਲਈਏ ਦਰਵਾਜ਼ੇ, ਹੁਣ ਮੈਂ ਇਹਨਾਂ ਦਰਵਾਜ਼ਿਆਂ ਨੂੰ ਬੰਦ ਕਰ ਲਿਆ। ਹੁਣ ਬਾਹਰ ਤੋਂ ਵਿਕਾਰ ਆ ਕੇ ਮੇਰੇ ਜੀਵਨ ਨੂੰ ਮੈਲਾ ਨਹੀਂ ਕਰਦੇ। ਬਾਜੀ ਵਾਲੇ ਅਨਹਦ ਬਾਜੇ ਹਿਰਦੇ ਰੂਪੀ ਘਰ ਦੇ ਵਿੱਚ ਹੁਣ ਆਤਮਿਕ ਆਨੰਦ ਦੇ ਬਾਜੇ ਵੱਜਣ ਲੱਗ ਪਏ ਨੇ। ਤੇ ਤੀਸਰਾ, ਮਹਾਰਾਜ ਆਖਦੇ ਨੇ ਕਿ ਉਸ ਮਾਲਕ ਦਾ ਇਹ ਸਰੀਰ ਰੂਪੀ ਘਰ ਹੈ, ਜਦੋਂ ਚਾਹੇ ਉਹ ਲੈ ਸਕਦਾ ਹੈ। ਇੱਕ ਵਾਰੀ ਫਿਰ ਗੁਰੂ ਚਰਨਾਂ ਦੀ ਬੇਨਤੀ ਹੈ ਕਿ ਬਾਹਰ ਤੋਂ ਤੇ ਅਸੀਂ ਬੜੀਆਂ ਨਵੀਨਤਾ ਦੀਆਂ ਗੱਲਾਂ ਕਰਦੇ ਹਾਂ, ਸਰੀਰ ਦੇ ਵਿੱਚ ਬਾਹਰ ਦੇ ਵਿੱਚ ਨਵੀਨਤਾ ਦੀ ਗੱਲ ਕਰਦੇ ਹਾਂ। ਰੱਬੀ ਰਹਿਮਤ ਹੋ ਜਾਏ, ਜੀਵਨ ਦੇ ਅੰਦਰ ਸ਼ੁਭ ਗੁਣ ਵਸ ਜਾਣ, ਤਾਂ ਹੀ ਸਾਡਾ ਨਵਾਂ ਸਾਲ ਮਨਾਇਆ ਹੋਇਆ ਮੁਬਾਰਕ ਹੈ, ਸਫਲਾ ਹੈ। ਸਤਿਗੁਰ ਕਿਰਪਾ ਕਰਨ। ਨਵੇਂ ਸਾਲ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ। ਸਤਿਗੁਰ ਜੀ ਦੇ ਚਰਨਾਂ ਦੇ ਅਰਦਾਸ ਹੈ ਕਿ ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ। ਨਾਨਕ ਚਾਹੋ ਇਹੋ, ਨਾਨਕ ਚਾਹੋ ਇਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।